ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਇਸ ਦੇ ਬੁਲੇਟਿਨ ਵਿੱਚ। ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਦਿਖਾਵਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਕੀ ਨੇ ਹਾਲਾਤ ਤੇ ਤਾਜ਼ਾ ਅੰਕੜੇ। ਕੈਲਗਰੀ ਵਿੱਚ ਕੈਨੇਡਾ ਪੋਸਟ ਦੇ ਮੇਨ ਪਲਾਂਟ ਅੰਦਰ ਫੈਲਿਆ ਕੋਰੋਨਾ ਵਾਇਰਸ, ਐਲਬਰਟਾ ਦੇ ਸਿਹਤ ਵਿਭਾਗ ਨੇ ਕੀਤੀ ਪੁਸ਼ਟੀ। ਮੈਨੀਟੋਬਾ ਦੀ ਟਰੱਕਿੰਗ ਕੰਪਨੀ ਵਿੱਚ ਫੈਲੇ ਕੋਰੋਨਾ ਵਾਇਰਸ ਤੋਂ ਬਾਅਦ ਇੱਕ ਹੋਰ ਨਵਾਂ ਮਾਮਲਾ ਆਇਆ ਸਾਹਮਣੇ। ਵਾਟਰਲੂ ਖੇਤਰ ਵਿੱਚ ਕੋਨੈਸਟੋਗਾ ਮੀਟ ਸਪੋਰਕ ਪ੍ਰੋਸੈਸਿੰਗ ਪਲਾਂਟ 'ਚ 40 ਤੋਂ ਵੱਧ ਕਾਮਿਆਂ ਨੂੰ ਹੋ ਗਿਆ ਕੋਰੋਨਾ ਵਾਇਰਸ। ਦੱਸਾਂਗੇ ਕੀ ਬਣ ਗਏ ਨੇ ਹਾਲਾਤ। ਮੌਂਟਰੀਅਲ ਦੇ ਇੱਕ ਸਪਲਾਇਰ ਨੇ ਚੀਨ ਤੋਂ ਮੰਗਵਾਏ ਸੀ N95 ਮਾਸਕ। ਜਾਂਚ ਮਗਰੋਂ ਕੈਨੇਡਾ ਨੇ ਚੀਨ ਤੋਂ ਆਏ 80 ਲੱਖ ਮਾਸਕ ਕੀਤੇ ਰੱਦ। ਕੈਨੇਡਾ ਵਿੱਚ 2 ਮਹੀਨੇ 'ਚ ਗਈਆਂ 20 ਲੱਖ ਦੇ ਕਰੀਬ ਨੌਕਰੀਆਂ। ਦੱਸਾਂਗੇ ਕੀ ਹੋ ਸਕਦੇ ਨੇ ਭਵਿੱਖ ਵਿੱਚ ਹਾਲਾਤ। ਬੱਚਿਆਂ ਨੂੰ ਖੁਸ਼ੀ ਦੇਣ ਲਈ ਸਾਊਥ ਰਜਾਇਨਾ ਹਾਰਬਰ ਲੈਂਡਿੰਗ ਵਿੱਚ ਅਧਿਆਪਕਾਂ ਨੇ ਗੱਡੀਆਂ ਨਾਲ ਕੱਢੀ ਪਰੇਡ। ਦਿਖਾਵਾਂਗੇ ਤਸਵੀਰਾਂ। ਬ੍ਰਿਟਿਸ਼ ਕੋਲੰਬੀਆ ਨੇ ਇਸ ਸਾਲ ਕੁਦਰਤੀ ਆਫਤਾਂ ਕਰਕੇ ਨੁਕਸਾਨ ਝੱਲ ਰਹੇ ਨਾਗਰਿਕਾਂ ਨੂੰ ਵਿੱਤੀ ਮਦਦ ਦੇਣੀ ਕੀਤੀ ਸ਼ੁਰੂ। ਡੈਡਪੂਲ 2 ਦੀ ਸ਼ੂਟਿੰਗ ਦੌਰਾਨ ਵੈਨਕੂਵਰ 'ਚ ਹੋ ਗਈ ਸੀ ਸਟੰਟ ਕਰਦੀ ਔਰਤ ਦੀ ਮੌਤ। ਪ੍ਰੋਡਕਸ਼ਨ ਕੰਪਨੀ ਨੂੰ ਲੱਗਿਆ ਕਰੀਬ $3 ਲੱਖ ਦਾ ਫਾਈਨ। ਸਰੀ ਦੇ ਇੱਕ ਸਟੋਰ ਨੂੰ ਲੁੱਟਣ ਦੇ ਮਾਮਲੇ ਵਿੱਚ ਇੱਕ ਪੰਜਾਬੀ ਵਿਅਕਤੀ ਨੂੰ ਲੱਭ ਰਹੀ ਹੈ ਪੁਲਿਸ। ਇਸ ਨਾਲ ਹੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਕੈਨੇਡਾ ਭਾਰਤ ਵਿੱਚ ਹਰ ਸੂਬੇ ਦੇ ਅੰਦਰ ਕੋਰੋਨਾ ਵਾਇਰਸ ਦੇ ਕਿੰਨੇ ਅੰਕੜੇ ਸਾਹਮਣੇ ਆ ਚੁੱਕੇ ਨੇ। ਕੈਨੇਡਾ ਭਰ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ 66,425 ਮਾਮਲੇ ਸਾਹਮਣੇ ਆ ਚੁੱਕੇ ਨੇ। 4,569 ਮੌਤਾਂ ਹੋ ਚੁੱਕੀਆਂ ਨੇ। 30,239 ਵਿਅਕਤੀ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਐਲਬਰਟਾ ਤੋਂ 6,098 ਮਾਮਲੇ ਸਾਹਮਣੇ ਆਏ ਨੇ। 115 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਤੋਂ 2,315 ਮਾਮਲੇ ਸਾਹਮਣੇ ਆਏ ਨੇ। 127 ਮੌਤਾਂ ਹੋਈਆਂ ਨੇ। ਮੈਨੀਟੋਬਾ ਤੋਂ 284 ਮਾਮਲੇ ਸਾਹਮਣੇ ਆਏ। 7 ਮੌਤਾਂ ਹੋਈਆਂ। ਨਿਊ ਬ੍ਰੰਸਵਿਕ ਤੋਂ 120 ਮਾਮਲੇ ਸਾਹਮਣੇ ਆਏ। ਨਿਊ ਫਾਊਂਡਲੈਂਡ ਤੋਂ 261 ਮਾਮਲੇ ਸਾਹਮਣੇ ਆਏ। 3 ਮੌਤਾਂ ਹੋਈਆਂ। ਨੋਵਾ ਸਕੋਸ਼ੀਆ ਤੋਂ 1008 ਮਾਮਲੇ ਸਾਹਮਣੇ ਆਏ। 46 ਮੌਤਾਂ ਹੋਈਆਂ। ਓਨਟਾਰੀਓ ਤੋਂ 19,598 ਮਾਮਲੇ ਸਾਹਮਣੇ ਆਏ। 1649 ਮੌਤਾਂ ਹੋਈਆਂ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ। ਕਿਊਬੈਕ ਤੋਂ 36,150 ਮਾਮਲੇ ਸਾਹਮਣੇ ਆਏ। 2725 ਮੌਤਾਂ ਹੋਈਆਂ। ਸਸਕੈਚਵਨ ਤੋਂ 544 ਮਾਮਲੇ ਸਾਹਮਣੇ ਆਏ। 6 ਮੌਤਾਂ ਹੋਈਆਂ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ। ਨੂਨਾਵਤ ਤੋਂ 1 ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ। ਹੁਣ ਸ਼ੁਰੂਆਤ ਕਰਦੇ ਹਾਂ ਉਹਨਾਂ ਖਬਰਾਂ ਦੇ ਨਾਲ ਜੋ ਕੈਨੇਡਾ ਵਿੱਚ ਵੱਖੋ ਵੱਖਰੀਆਂ ਕੰਪਨੀਆਂ ਦੇ ਅੰਦਰ ਕੋਰੋਨਾ ਵਾਇਰਸ ਫੈਲਣ ਦੇ ਮਾਮਲੇ ਸਾਹਮਣੇ ਆਏ ਨੇ। ਵੱਖੋ ਵੱਖਰੀਆਂ 3 ਥਾਵਾਂ ਤੋਂ ਇਹ ਮਾਮਲੇ ਸਾਹਮਣੇ ਆਏ ਨੇ, ਕੈਲਗਰੀ, ਮੈਨੀਟੋਬਾ ਤੇ ਵਾਟਰਲੂ ਤੋਂ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੈਲਗਰੀ ਤੋਂ, ਜਿੱਥੇ ਕਿ ਏਅਰਪੋਰਟ ਦੇ ਨੇੜੇ ਕੈਨੇਡਾ ਪੋਸਟ ਦੇ ਮੇਨ ਪਲਾਂਟ ਦੇ ਅੰਦਰ ਕੋਰੋਨਾ ਵਾਇਰਸ ਫੈਲ ਗਿਆ, ਜਿੱਥੋਂ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਐਲਬਰਟਾ ਦੇ ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਕੈਲਗਰੀ ਵਿੱਚ ਕੈਨੇਡਾ ਪੋਸਟ ਦੇ ਇਸ ਪਲਾਂਟ ਦਾ ਪਤਾ 1149 ਐਵੇਨਿਊ ਦੱਸਿਆ ਗਿਆ ਹੈ, ਜਿੱਥੇ ਕਿ ਹੁਣ ਤੱਕ 6 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਹੋਣ ਦੇ ਬਾਰੇ ਪੁਸ਼ਟੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹਨਾਂ ਵਿਅਕਤੀਆਂ ਦੇ ਨੇੜੇ ਜਿਹੜੇ ਵੀ ਹੋਰ ਵਿਅਕਤੀ ਆਏ ਉਹਨਾਂ ਸਭ ਨੂੰ 14 ਦਿਨ ਵਾਸਤੇ ਵੱਖਰੇ ਤੌਰ ਦੇ ਉੱਤੇ ਰਹਿਣ ਵਾਸਤੇ ਕਹਿ ਦਿੱਤਾ ਗਿਆ ਹੈ ਤੇ ਨਾਲ ਹੀ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ ਕਿ ਆਖਿਰ ਉਹ ਕਿਹੜੀਆਂ ਥਾਵਾਂ ਦੇ ਉੱਤੇ ਗਏ ਸੀ ਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਕੋਰੋਨਾ ਵਾਇਰਸ ਫੈਲਿਆ ਕਿੱਥੋਂ, ਕਿਉਂਕਿ ਕੈਨੇਡਾ ਪੋਸਟ ਵੱਲੋਂ ਪਹਿਲਾਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ WHO ਦੇ ਨਾਲ ਹੀ ਕੈਨੇਡਾ ਦੇ ਸਿਹਤ ਵਿਭਾਗ ਨੇ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਨੇ ਉਸ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਚਿੱਠੀਆਂ ਦਾ ਚਾਹੇ ਕੌਮਾਂਤਰੀ ਪੱਧਰ ਦੇ ਉੱਤੇ ਚਾਹੇ ਦੇਸ਼ ਭਰ ਦੇ ਵਿੱਚੋਂ ਆਉਣਾ ਜਾਂ ਜਾਣਾ ਕੋਰੋਨਾ ਵਾਇਰਸ ਨੂੰ ਨਹੀਂ ਫੈਲਾਉਂਦਾ ਤੇ ਇਸੇ ਨਾਲ ਸੰਬੰਧਿਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੈਨੇਡਾ ਪੋਸਟ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਸੀ। ਪਰ ਹੁਣ ਕੈਲਗਰੀ ਦੇ ਵਿੱਚ ਕੈਨੇਡਾ ਪੋਸਟ ਪਲਾਂਟ ਦੇ ਅੰਦਰ ਕੋਰੋਨਾ ਵਾਇਰਸ ਫੈਲਣ ਦੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਅਗਲਾ ਮਾਮਲਾ ਸਾਹਮਣੇ ਆਇਆ ਮੈਨੀਟੋਬਾ ਤੋਂ, ਜਿੱਥੇ ਕਿ ਇੱਕ ਟਰੱਕਿੰਗ ਕੰਪਨੀ 'ਚੋਂ ਪਹਿਲਾਂ ਹੀ ਕੋਰੋਨਾ ਵਾਇਰਸ ਫੈਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਸਨ ਤੇ ਇਸ ਨਾਲ ਸੰਬੰਧਿਤ ਹੁਣ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ। ਪੌਲਸ ਹੌਲਿੰਗ ਟਰੱਕਿੰਗ ਕੰਪਨੀ ਬ੍ਰੈਂਡਨ ਵਿੱਚ, ਜਿੱਥੋਂ ਇਹ ਮਾਮਲੇ ਸਾਹਮਣੇ ਆਏ, ਜਿੱਥੇ ਕਿ ਕੋਰੋਨਾ ਵਾਇਰਸ ਮਰੀਜ਼ ਦਾ ਨਵਾਂ ਮਾਮਲਾ ਸਾਹਮਣੇ ਆਉਣ ਦੇ ਨਾਲ ਕੰਪਨੀ 'ਚੋਂ ਫੈਲੇ ਕੋਰੋਨਾ ਵਾਇਰਸ ਦੇ ਕਰਕੇ ਹੁਣ ਤੱਕ 8 ਵਿਅਕਤੀ ਕੋਵਿਡ-19 ਦੇ ਪੀੜਤ ਹੋ ਚੁੱਕੇ ਨੇ। ਪ੍ਰੋਵਿੰਸ਼ੀਅਲ ਪਬਲਿਕ ਹੈਲਥ ਆਫਿਸਰ ਡਾਕਟਰ ਬ੍ਰੈਂਟ ਸਟੋਰਸਿਨ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ 6 ਮਰੀਜ਼ ਇਸ ਕੰਪਨੀ ਦੇ ਕਾਮੇ ਨੇ ਤੇ 2 ਮਰੀਜ਼ ਉਹਨਾਂ ਦੇ ਨੇੜਲੇ ਵਿਅਕਤੀ ਨੇ।
ਇੱਥੇ ਜ਼ਿਕਰਯੋਗ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਿਹਤ ਵਿਭਾਗ ਨੇ ਦੱਸਿਆ ਕਿ ਹੁਣ ਤੱਕ ਹੋਈ ਜਾਂਚ 'ਚ ਇਹੋ ਪਤਾ ਲੱਗਿਆ ਹੈ ਕਿ ਕਮਿਊਨਿਟੀ ਦੇ ਵਿੱਚੋਂ ਕਿਸੇ ਦੇ ਸੰਪਰਕ ਵਿੱਚ ਆਉਣ ਕਰਕੇ ਇਸ ਟਰੱਕਿੰਗ ਕੰਪਨੀ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਤਾਂ ਉਧਰ ਅਗਲੀ ਖਬਰ ਹੈ ਕਿ ਵਾਟਰਲੂ ਦੇ ਵਿੱਚ ਕੋਨਸਟੋਗਾ ਮੀਟ ਪਲਾਂਟ ਦੇ ਅੰਦਰ ਕਰੋਨਾ ਵਾਇਰਸ ਫੈਲਣ ਦੇ ਮਾਮਲੇ ਹੋਰ ਜ਼ਿਆਦਾ ਆ ਗਏ ਨੇ। ਪਹਿਲਾਂ ਤਾਂ ਅਪ੍ਰੈਲ ਦੇ ਅੰਤ ਤੱਕ ਕੁਝ ਮਾਮਲੇ ਹੀ ਸਾਹਮਣੇ ਆਏ ਸੀ, ਪਰ ਹੁਣ ਉੱਥੋਂ 44 ਮਰੀਜ਼ਾਂ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਪਲਾਂਟ ਵਿੱਚ ਹੁਣ ਤੱਕ 44 ਜਣਿਆਂ ਨੂੰ ਕਰੋਨਾ ਵਾਇਰਸ ਹੋ ਚੁੱਕਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਜਦੋਂ ਪਹਿਲਾਂ ਕੁਝ ਮਾਮਲੇ ਇਸ ਪਲਾਂਟ ਤੋਂ ਸਾਹਮਣੇ ਆ ਗਏ ਸਨ ਤਾਂ ਅਪ੍ਰੈਲ ਦੇ ਅੰਤ ਵਿੱਚ ਇੱਕ ਹਫ਼ਤੇ ਵਾਸਤੇ ਕੰਪਨੀ ਨੇ ਆਪ ਹੀ ਪਲਾਂਟ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਇੱਕ ਹਫ਼ਤੇ ਦੇ ਲਈ ਪਲਾਂਟ ਨੂੰ ਬੰਦ ਕੀਤਾ ਗਿਆ ਤੇ 4 ਮਈ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ, ਪਰ ਇਸ ਤੋਂ ਬਾਅਦ ਵੀ ਮਾਮਲੇ ਸਾਹਮਣੇ ਆਏ। ਇਸ ਸੰਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ 4 ਮਈ ਤੋਂ ਬਾਅਦ ਜਿਹੜੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਹੈ ਕਿ ਕੰਪਨੀ ਵਿੱਚ ਕਰੋਨਾ ਵਾਇਰਸ ਨਾ ਫੈਲੇ, ਉਹਨਾਂ ਹਦਾਇਤਾਂ ਦੀ ਪਾਲਣਾ ਤਹਿਤ ਉਸ ਤੋਂ ਬਾਅਦ ਕਿਸੇ ਵੀ ਕਾਮੇ ਨੂੰ ਕਰੋਨਾ ਵਾਇਰਸ ਹੋਣ ਦੇ ਬਾਰੇ ਇਹ ਨਹੀਂ ਕਿਹਾ ਗਿਆ। ਪਰ ਜੋ ਪਹਿਲਾਂ ਹੀ ਮਾਮਲੇ ਫੈਲੇ ਸਨ ਉਹਨਾਂ ਦੇ ਹੀ ਸੰਪਰਕ ਵਿੱਚ ਆਉਣ ਵਾਲੇ ਕਾਮਿਆਂ ਨੂੰ ਕਰੋਨਾ ਵਾਇਰਸ ਹੋਇਆ, ਜਿਨ੍ਹਾਂ ਦੇ ਵਿੱਚੋਂ 14 ਦਿਨ ਵਾਸਤੇ ਕਾਮਿਆਂ ਨੂੰ ਘਰਾਂ ਵਿੱਚ ਰਹਿਣ ਦੇ ਲਈ ਕਹਿ ਦਿੱਤਾ ਗਿਆ ਸੀ ਤੇ ਉਹਨਾਂ ਦੇ ਨੇੜੇ ਜਿਹੜੇ ਵੀ ਵਿਅਕਤੀ ਸੰਪਰਕ ਵਿੱਚ ਆਏ ਉਹਨਾਂ ਨੂੰ 14 ਦਿਨ ਲਈ ਘਰਾਂ ਵਿੱਚ ਰਹਿਣ ਦੇ ਲਈ ਕਹਿ ਦਿੱਤਾ ਗਿਆ ਤੇ ਉਹਨਾਂ ਦੇ ਵਿੱਚੋਂ ਹੀ ਕਰੋਨਾ ਵਾਇਰਸ ਫੈਲਣ ਦੇ ਮਾਮਲੇ ਹੁਣ ਤੱਕ ਸਾਹਮਣੇ ਆਏ ਨੇ। ਕੋਨਸਟੋਗਾ ਮੀਟ ਪਲਾਂਟ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ ਬਣਾਈਆਂ ਗਈਆਂ ਨੇ ਤਾਂ ਕਿ ਕਾਮੇ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਉਣ ਤੇ ਬ੍ਰੇਕ ਲੈਣ ਦੇ ਵਾਸਤੇ ਜਿਹੜੇ ਕਾਮਿਆਂ ਲਈ ਥਾਵਾਂ ਨੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਗਿਆ ਤਾਂ ਕਿ ਇੱਕ ਦੂਜੇ ਦੇ ਨੇੜੇ ਹੋ ਕੇ ਆਪਣਾ ਭੋਜਨ ਨਾ ਖਾਣ ਤੇ ਬ੍ਰੇਕ ਟਾਈਮ ਇੱਕ ਦੂਜੇ ਦੇ ਨੇੜੇ ਨਾ ਆ ਸਕਣ। ਇਸੇ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਕਾਮਿਆਂ ਦਰਮਿਆਨ ਵਿੱਥ ਬਣਾਈ ਰੱਖਣ ਨੂੰ ਲੈ ਕੇ ਕੰਪਨੀ ਨੇ ਹੋਰ ਫੈਸਲੇ ਲਏ ਨੇ, ਜਿਸ ਤੋਂ ਬਾਅਦ ਹੀ 4 ਮਈ ਨੂੰ ਪਲਾਂਟ ਮੁੜ ਤੋਂ ਖੋਲ੍ਹਿਆ ਗਿਆ। ਅਗਲੀ ਖਬਰ ਹੈ ਕਿ ਕੈਨੇਡਾ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਮੌਂਟਰੀਅਲ ਤੋਂ ਇੱਕ ਸਪਲਾਇਰ ਦੇ ਵੱਲੋਂ ਚੀਨ ਤੋਂ N95 ਮਾਸਕ ਮੰਗਵਾਏ ਗਏ ਸਨ। N95 ਮਾਸਕ ਉਹ ਮਾਸਕ ਹੁੰਦੇ ਨੇ ਜਿਸ ਦੇ ਨਾਲ 95% ਤੱਕ ਬਾਹਰਲੇ ਕੀਟਾਣੂ ਅੰਦਰ ਨਹੀਂ ਆ ਸਕਦੇ, ਜੋ ਕਿ ਖਾਸ ਤੌਰ ਦੇ ਉੱਤੇ ਸਿਹਤ ਕਾਮਿਆਂ ਦੀ ਸੁਰੱਖਿਆ ਦੇ ਵਾਸਤੇ ਵਰਤੇ ਜਾਂਦੇ ਨੇ ਤੇ ਵੱਡੀ ਗਿਣਤੀ 'ਚ ਲੋਕ ਵੀ ਇਹਨਾਂ ਨੂੰ ਵਰਤਦੇ ਨੇ। ਪਰ ਇਸੇ ਦੌਰਾਨ ਜਦੋਂ ਇਹਨਾਂ ਮਾਸਕ ਜਿਹੜੇ ਆਏ ਸੀ ਚੀਨ ਤੋਂ, ਉਹਨਾਂ ਦੀ ਜਾਂਚ ਕੀਤੀ ਗਈ, ਉਹਨਾਂ ਵਿੱਚ 80 ਲੱਖ ਮਾਸਕ ਅਜਿਹੇ ਪਾਏ ਗਏ ਨੇ ਜੋ ਕਿ ਠੀਕ ਨਹੀਂ ਸਨ, ਜੋ ਕਿ 95% ਤੱਕ ਕੀਟਾਣੂਆਂ ਨੂੰ ਬਾਹਰ ਨਹੀਂ ਸੀ ਰੋਕ ਸਕਦੇ ਤੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। ਮਿਨਿਸਟਰ ਅਨੀਤਾ ਆਨੰਦ ਨੇ ਜਾਣਕਾਰੀ ਦਿੱਤੀ ਸ਼ੁੱਕਰਵਾਰ ਦੇ ਦਿਨ ਕਿ ਮੌਂਟਰੀਅਲ ਦੇ ਉਸ ਸਪਲਾਇਰ ਦੇ ਕੋਲੋਂ ਚੀਨ ਤੋਂ 11 ਮਿਲੀਅਨ ਮਾਸਕ ਆਏ ਸਨ, ਜਿਨ੍ਹਾਂ ਦੇ ਵਿੱਚੋਂ 80 ਲੱਖ ਨੂੰ ਤਾਂ ਰੱਦ ਕੀਤਾ ਗਿਆ ਤੇ 1 ਮਿਲੀਅਨ 6 ਲੱਖ ਮਾਸਕ ਹਜੇ ਵੀ ਜਾਂਚ ਅਧੀਨ ਨੇ। ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਮਾਸਕ ਵਰਤੋਂ ਕਰਨ ਦੇ ਯੋਗ ਹਨ ਜਾਂ ਨਹੀਂ। ਇਸ ਤੋਂ ਇਹ ਵੀ ਸਾਫ਼ ਹੈ ਕਿ ਸਪਲਾਈ ਜਦੋਂ PPE ਕਿਟਸ ਹੋਣ ਜਾਂ ਫਿਰ ਉਸ ਨਾਲ ਸੰਬੰਧਿਤ ਕੋਈ ਵੀ ਸਮਾਨ ਹੋਵੇ ਜਿਸ ਦੇ ਵਿੱਚ ਗਾਊਨ, ਸੈਨੀਟਾਈਜ਼ਰ, ਮਾਸਕ ਤੇ ਹੋਰ ਚੀਜ਼ਾਂ ਆਉਂਦੀਆਂ ਨੇ, ਬੇਸ਼ੱਕ ਕੈਨੇਡਾ ਭਰ ਵਿੱਚ ਇਸ ਸਮਾਨ ਦੀ ਕਮੀ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਵੀ ਇਸ ਸਮੇਂ ਚੁਣੌਤੀਆਂ ਆ ਰਹੀਆਂ ਨੇ। ਪਰ ਕੈਨੇਡਾ ਵਿੱਚ ਜੋ ਸਪਲਾਈ ਆ ਰਹੀ ਹੈ ਉਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਰਿਹਾ। ਇਹ ਨਹੀਂ ਹੈ ਕਿ ਕੁਝ ਉਸ ਸਪਲਾਈ ਦੇ ਵਿੱਚੋਂ ਚੀਜ਼ਾਂ ਨੂੰ ਟੈਸਟ ਕਰਕੇ ਪਾਸ ਕਰ ਦਿੱਤਾ ਗਿਆ ਤੇ ਬਾਕੀ ਚੀਜ਼ਾਂ ਦੀ ਕੁਆਲਿਟੀ ਹੈ ਜੋ ਉਹ ਘੱਟ ਹੋਵੇਗੀ, ਸਗੋਂ ਹਰ ਚੀਜ਼ ਦੀ ਉਸ ਦੇ ਵਿੱਚ ਜਿਹੜੀ ਸਪਲਾਈ 'ਚ ਆ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਸਮਾਨ ਨੂੰ ਲੈ ਕੇ ਸਿਹਤ ਦੇ ਨਾਲ ਕੋਈ ਸਮਝੌਤਾ ਨਾ ਹੋਵੇ, ਜਿਸ ਨੂੰ ਲੈ ਕੇ ਹਰ ਚੀਜ਼ ਦੀ ਉਹੀ ਕੁਆਲਿਟੀ ਚੈੱਕ ਕੀਤੀ ਜਾ ਰਹੀ ਹੈ ਜੋ ਉਸ ਨੂੰ ਸਪਲਾਈ ਕਰਨ ਵੇਲੇ ਵਾਅਦਾ ਕੀਤਾ ਜਾਂਦਾ ਹੈ। ਤੇ ਇਹੋ ਨਤੀਜਾ ਨਿਕਲਿਆ ਕਿ 80 ਲੱਖ ਮਾਸਕ ਹੁਣ ਤੱਕ ਰੱਦ ਕੀਤੇ ਜਾ ਚੁੱਕੇ ਨੇ, ਜੋ ਕਿ ਚੀਨ ਤੋਂ ਆਏ ਸਨ ਤੇ ਮੌਂਟਰੀਅਲ ਤੋਂ ਇੱਕ ਸਪਲਾਇਰ ਦੇ ਵੱਲੋਂ ਉਹਨਾਂ ਨੂੰ ਸਪਲਾਈ ਕੀਤਾ ਗਿਆ ਸੀ। ਇਸ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲੋਕ ਜਦੋਂ ਸੋਸ਼ਲ ਡਿਸਟੈਂਸਿੰਗ ਹੋਵੇ ਜਾਂ ਫਿਰ COVID-19 ਨੂੰ ਲੈ ਕੇ ਲਗਾਈਆਂ ਗਈਆਂ ਹਦਾਇਤਾਂ ਹੋਣ, ਇਸ ਨਾਲ ਸੰਬੰਧਿਤ ਚੀਜ਼ਾਂ ਦੀ ਜਦੋਂ ਪਾਲਣਾ ਨਹੀਂ ਕਰਦੇ ਜਾਂ ਫਿਰ ਇਹ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਆਲੇ ਦੁਆਲੇ ਮੌਜੂਦ ਲੋਕ ਇਸ ਨੂੰ ਲੈ ਕੇ ਅਣਗਹਿਲੀ ਵਰਤ ਰਹੇ ਨੇ ਤਾਂ 911 ਕਰਕੇ ਸ਼ਿਕਾਇਤਾਂ ਕਰ ਰਹੇ ਨੇ। ਇਸ ਦੇ ਨਾਲ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਨੇ, ਪਰ ਮੁੱਖ ਤੌਰ ਦੇ ਉੱਤੇ ਇਹ ਕੰਮ ਬਾਈ ਲਾਅ ਆਫਿਸ ਦਾ ਹੈ। ਬਾਈ ਲਾਅ ਆਫਿਸਰ ਨੇ ਜਿਹੜੇ ਉਹ ਇਸ ਦਾ ਧਿਆਨ ਰੱਖਦੇ ਨੇ ਤੇ ਉਹਨਾਂ ਨੂੰ ਇਸ ਦੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ। ਕੋਕਟਲਾ RCMP ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਕਿਹਾ ਗਿਆ ਹੈ ਕਿ ਬਹੁਤ ਸਾਰੇ ਲੋਕ ਆਪਣੇ ਆਲੇ ਦੁਆਲੇ ਦਾ ਮਾਹੌਲ ਦੇਖ ਕੇ ਪੁਲਿਸ ਨੂੰ ਬਾਰ-ਬਾਰ ਸ਼ਿਕਾਇਤਾਂ ਕਰਦੇ ਨੇ ਕਿ ਕੋਈ ਪਾਰਕ ਵਿੱਚ ਘੁੰਮ ਰਿਹਾ ਹੈ, ਕਿਸੇ ਨੇ ਮਾਸਕ ਨਹੀਂ ਪਾਇਆ ਹੋਇਆ ਤਾਂ ਉਹ ਪਬਲਿਕ ਥਾਂ ਦੇ ਉੱਤੇ ਘੁੰਮ ਰਿਹਾ ਹੈ,
ਕੋਈ ਕੋਵਿਡ-19 ਨਾਲ ਸੰਬੰਧਿਤ ਹਦਾਇਤਾਂ ਦੀ ਉਲੰਘਣਾ ਕਰ ਰਿਹਾ ਹੈ ਤਾਂ ਇਸ ਨਾਲ ਸੰਬੰਧਿਤ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਬਾਰ-ਬਾਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਪੁਲਿਸ ਨੂੰ 911 ਤੇ ਸ਼ਿਕਾਇਤ ਨਾ ਕੀਤੀ ਜਾਵੇ। ਇਸ ਸੰਬੰਧੀ ਕਿਹਾ ਗਿਆ ਕਿ ਜੇਕਰ ਵੱਡੇ ਹੀ ਕਾਨੂੰਨ ਦੀ ਕੋਈ ਉਲੰਘਣਾ ਕਰ ਰਿਹਾ ਹੈ ਤਾਂ ਉਸ ਨਾਲ ਸੰਬੰਧਿਤ ਕੀਤੀ ਜਾ ਸਕਦੀ ਹੈ। ਬਾਕੀ ਇਸ ਸੰਬੰਧੀ ਸਾਰਾ ਕੰਮ ਬਾਇਲਾਅ ਦੇ ਅਧਿਕਾਰੀ ਕਰਦੇ ਨੇ ਤੇ ਇਸ ਸੰਬੰਧੀ ਬਾਇਲਾਅ ਦੇ ਅਧਿਕਾਰੀਆਂ ਨੂੰ ਵੀ ਫੋਨ ਕਰਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਨੂੰ ਲੈ ਕੇ ਪੋਰਟ ਕੁਕਟਲਮ ਤੋਂ ਦੱਸਿਆ ਗਿਆ ਹੈ ਕਿ 62 ਸ਼ਿਕਾਇਤਾਂ ਉਹਨਾਂ ਨੂੰ ਸਿਰਫ ਇਹ ਹੀ ਮਿਲੀਆਂ ਨੇ ਕਿ ਕਈ ਬਿਜ਼ਨੈਸਿਸ ਦੇ ਅੰਦਰ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਾਂ ਫਿਰ ਮਾਸਕ, ਗਲਵਜ਼ ਜਾਂ ਸੈਨੀਟਾਈਜ਼ਰ ਮਹਿੰਗੇ ਭਾਅ ਤੇ ਵੇਚੇ ਜਾ ਰਹੇ ਨੇ ਤਾਂ ਇਸ ਸੰਬੰਧੀ ਲੋਕ ਫੋਨ ਕਰਕੇ ਪੁਲਿਸ ਨੂੰ ਸ਼ਿਕਾਇਤਾਂ ਕਰਦੇ ਨੇ। ਇਸ ਦੇ ਨਾਲ ਹੀ ਪੋਰਟ ਕੁਕਟਲਮ ਤੋਂ RCMP ਨੇ ਵੀ ਜਾਣਕਾਰੀ ਦਿੱਤੀ ਹੈ ਕਿ 65 ਫੋਨ ਉਹਨਾਂ ਨੂੰ ਸਿਰਫ ਇਸੇ ਕਰਕੇ ਆਏ ਕਿ ਲੋਕ ਪਲੇਗਰਾਊਂਡ ਦੇ ਵਿੱਚ ਖੇਡ ਰਹੇ ਨੇ ਜਾਂ ਫਿਰ ਡੌਗਸ ਦੇ ਪਾਰਕਸ ਦੇ ਵਿੱਚ ਮੌਜੂਦ ਨੇ ਤਾਂ ਇਸ ਸੰਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕਰਦੇ ਹੋਏ ਪੁਲਿਸ ਨੂੰ ਫੋਨ ਕੀਤੇ ਗਏ ਨੇ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਬਾਇਲਾਅ ਅਧਿਕਾਰੀ ਹੀ ਇਸ ਨੂੰ ਦੇਖ ਰਹੇ ਨੇ ਕਿ ਕੋਈ ਵੀ ਕਿਸੇ ਹਦਾਇਤ ਦੀ ਉਲੰਘਣਾ ਨਾ ਕਰੇ। ਤਾਂ ਇਸੇ ਨਾਲ ਸੰਬੰਧਿਤ ਪੋਰਟ ਮੂਡੀ ਤੋਂ ਬਾਇਲਾਅ ਅਧਿਕਾਰੀਆਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ 75 ਸ਼ਿਕਾਇਤਾਂ ਇਹੋ ਜਿਹੀਆਂ ਮਿਲੀਆਂ ਨੇ ਜਿਸ ਦੇ ਵਿੱਚ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਫਿਰ ਰਹੇ ਵਿਅਕਤੀ ਨੇ ਮਾਸਕ ਨਹੀਂ ਪਾਇਆ ਹੋਇਆ ਜਾਂ ਫਿਰ ਉਹ ਸੋਸ਼ਲ ਡਿਸਟੈਂਸਿੰਗ ਦੀ ਹਦਾਇਤ ਦੀ ਉਲੰਘਣਾ ਕਰ ਰਹੇ ਨੇ। ਤਾਂ ਇਸ ਨਾਲ ਸੰਬੰਧਿਤ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਬਾਰ-ਬਾਰ ਰਸਤਿਆਂ ਦੇ ਵਿੱਚ ਜਾਂ ਪਬਲਿਕ ਥਾਵਾਂ ਦੇ ਉੱਤੇ ਧਿਆਨ ਵੀ ਰੱਖ ਰਹੇ ਨੇ ਕਿ ਕੋਈ ਵੀ ਅਜਿਹਾ ਨਾ ਕਰੇ, ਖਾਸ ਤੌਰ ਦੇ ਉੱਤੇ ਸੋਸ਼ਲ ਡਿਸਟੈਂਸਿੰਗ ਦੇ ਵਾਸਤੇ ਜਿਹੜੀ ਹਦਾਇਤ ਹੈ ਉਸ ਦੀ ਉਲੰਘਣਾ ਨਾ ਕੀਤੀ ਜਾਵੇ। ਪਰ ਇਸ ਸੰਬੰਧੀ ਬਾਰ-ਬਾਰ ਫੋਨ ਕਰਕੇ ਇੰਨੀਆਂ ਜ਼ਿਆਦਾ ਸ਼ਿਕਾਇਤਾਂ 911 ਤੇ ਨਾ ਕੀਤੀਆਂ ਜਾਣ, ਇਸ ਦੇ ਨਾਲ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸ਼ਿਕਾਇਤਾਂ ਉਹਨਾਂ ਦੇ ਕੋਲ ਪਹੁੰਚ ਰਹੀਆਂ ਨੇ। ਅਗਲੀ ਖਬਰ ਹੈ ਕਿ ਕੈਨੇਡਾ ਭਰ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜੋ ਅੰਕੜੇ ਅੱਜ ਜਾਰੀ ਕੀਤੇ ਗਏ ਨੇ ਉਹਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ, ਜਿਸ ਤੋਂ ਬਾਅਦ ਕੈਨੇਡਾ ਭਰ ਵਿੱਚ ਵੱਖਰੀਆਂ ਸੂਬਾ ਸਰਕਾਰਾਂ ਦੇ ਵੱਲੋਂ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ, ਫੈਡਰਲ ਸਰਕਾਰ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਤੇ ਕੈਨੇਡਾ ਭਰ ਵਿੱਚ ਇਸ ਵਕਤ 13% ਤੱਕ ਬੇਰੁਜ਼ਗਾਰੀ ਦਰ ਪਹੁੰਚ ਗਈ ਹੈ, ਜੋ ਕਿ ਰਿਕਾਰਡ ਤੋੜ ਹੁਣ ਤੱਕ ਬੇਰੁਜ਼ਗਾਰੀ ਦਰ ਮੰਨੀ ਜਾ ਰਹੀ ਹੈ, ਜਿਸ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਕਿ ਅਪ੍ਰੈਲ ਤੇ ਮਾਰਚ 2 ਮਹੀਨਿਆਂ ਦੇ ਦਰਮਿਆਨ ਹੀ 2 ਮਿਲੀਅਨ ਦੇ ਕਰੀਬ ਯਾਨੀ ਕਿ 20 ਲੱਖ ਦੇ ਕਰੀਬ ਨੌਕਰੀਆਂ ਚਲੀਆਂ ਗਈਆਂ ਨੇ। ਨੌਕਰੀਆਂ ਜਾਣ ਦੇ ਕਾਰਨ ਜੋ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਇਸ ਦੇ ਉੱਤੇ ਚਿੰਤਾ ਨਾ ਕੀਤੀ ਜਾਵੇ ਤੇ ਨਾ ਹੀ ਇਸ ਦੇ ਬਾਰੇ ਇਹ ਸੋਚਿਆ ਜਾਵੇ ਕਿ ਨੌਕਰੀ ਚਲੀ ਜਾਵੇਗੀ ਤਾਂ ਜੇ ਕੋਈ ਬਿਮਾਰ ਮਹਿਸੂਸ ਵੀ ਕਰ ਰਿਹਾ ਹੈ ਤਾਂ ਉਹ ਕਿਸੇ ਨੂੰ ਦੱਸ ਨਹੀਂ ਰਿਹਾ ਜਾਂ ਫਿਰ ਉਹ ਫਿਰ ਵੀ ਕੰਮ ਤੇ ਜਾਣਾ ਚਾਹੁੰਦਾ ਹੈ। ਅਜਿਹਾ ਬਿਲਕੁਲ ਵੀ ਨਾ ਕੀਤਾ ਜਾਵੇ। ਬੇਰੁਜ਼ਗਾਰੀ ਦਰ ਕਿੰਨੀ ਵੀ ਜ਼ਿਆਦਾ ਕਿਉਂ ਨਹੀਂ ਵੱਧ ਜਾਂਦੀ, ਨੌਕਰੀਆਂ ਕਿੰਨੀਆਂ ਵੀ ਜ਼ਿਆਦਾ ਕਿਉਂ ਨਹੀਂ ਚਲੀਆਂ ਜਾਂਦੀਆਂ, ਪਰ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਸਮੇਂ ਫੈਸਲੇ ਲੈਣ ਦੇ ਲਈ ਕੰਪਨੀਆਂ ਨੂੰ ਵੀ ਕਿਹਾ ਜਾ ਰਿਹਾ ਹੈ ਤੇ ਸਰਕਾਰਾਂ ਨੂੰ ਵੀ ਕਿ ਇਸ ਸਮੇਂ ਇਕੋਨੋਮੀ ਦੇ ਨਾਲੋਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਹੈ, ਜਿਸ ਦੇ ਲਈ ਜਿਨ੍ਹਾਂ ਨੂੰ ਮੁੱਖ ਰੱਖਦੇ ਹੋਏ ਹੀ ਫੈਸਲੇ ਲਏ ਜਾਣ। ਤੇ ਇਸ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜਾਣਕਾਰੀ ਵੀ ਜਦੋਂ ਦਿੱਤੀ ਤਾਂ ਇਹੋ ਗੱਲ ਕਹੀ ਉਹਨਾਂ ਨੇ ਕਿ ਇਸ ਦੌਰਾਨ ਕਿਸੇ ਵੱਲੋਂ ਵੀ ਸਮਝੌਤਾ ਨਾ ਕੀਤਾ ਜਾਵੇ ਕਿ ਕਿਤੇ ਨੌਕਰੀ ਨਾ ਚਲੀ ਜਾਵੇ ਇਸ ਡਰ ਦੇ ਵਜੋਂ ਕੋਈ ਕੰਮ ਤੇ ਚਲਿਆ ਜਾਵੇ ਜਦ ਕਿ ਉਸਦੇ ਘਰ ਵਿੱਚ ਕੋਈ ਬਿਮਾਰ ਹੋਵੇ ਜਾਂ ਫਿਰ ਉਹ ਖੁਦ ਬਿਮਾਰ ਹੋਵੇ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ ਦੇ ਵਾਸਤੇ ਹਰ ਥਾਂ ਦੇ ਉੱਤੇ ਕਿਹਾ ਜਾ ਰਿਹਾ ਹੈ, ਕਿਉਂਕਿ ਕਈ ਲੋਕਾਂ ਦੇ ਵੱਲੋਂ ਅਣਗਹਿਲੀ ਵਰਤੀ ਵੀ ਜਾ ਰਹੀ ਹੈ, ਜਿਸ ਦਾ ਨਤੀਜਾ ਇਹ ਵੀ ਨਿਕਲ ਰਿਹਾ ਕਿ ਕੰਮ ਵਾਲੀਆਂ ਥਾਵਾਂ ਦੇ ਉੱਤੇ ਕਰੋਨਾ ਵਾਇਰਸ ਫੈਲ ਰਿਹਾ ਹੈ। ਤੇ ਇਸ ਸੰਬੰਧੀ ਅੱਜ ਜਿਵੇਂ ਤੁਹਾਨੂੰ ਦੱਸਿਆ ਕਿ ਕਈ ਮਾਮਲੇ ਵੱਖਰੀਆਂ ਥਾਵਾਂ ਤੋਂ ਸਾਹਮਣੇ ਵੀ ਆਏ ਨੇ। ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅੱਗੇ ਹੈ ਕਿ ਬੱਚਿਆਂ ਨੂੰ ਖੁਸ਼ੀ ਪਹੁੰਚਾਉਣ ਦੇ ਵਾਸਤੇ ਜਿਵੇਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੇ ਜਨਮ ਦਿਨ ਦੇ ਉੱਤੇ ਖਾਸ ਉਹਨਾਂ ਤੱਕ ਤੋਹਫੇ ਪਹੁੰਚਾਏ ਜਾਂਦੇ ਨੇ, ਉਹਨਾਂ ਤੱਕ ਵੱਡੀ ਗਿਣਤੀ 'ਚ ਪੁਲਿਸ ਦੀਆਂ ਗੱਡੀਆਂ ਨੂੰ ਪਰੇਡ ਕਰਦੇ ਹੋਏ ਉੱਥੇ ਗੱਡੀਆਂ ਆਉਂਦੀਆਂ ਨੇ, ਤਾਂ ਕੁਝ ਇਸੇ ਤਰ੍ਹਾਂ ਸਾਊਥ ਰਜਾਈਨਾ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਜਿਸ ਦੇ ਵਿੱਚ ਸਕੂਲੀ ਬੱਚਿਆਂ ਦੇ ਪਤੇ ਮੁਤਾਬਕ ਇੱਕ ਰੂਟ ਬਣਾਇਆ ਗਿਆ ਤੇ ਉਸ ਰੂਟ ਦੇ ਉੱਤੇ ਅਧਿਆਪਕਾਂ ਦੇ ਵੱਲੋਂ ਗੱਡੀਆਂ ਰਾਹੀਂ ਪਰੇਡ ਕੱਢੀ ਗਈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਉਹ ਬੱਚਿਆਂ ਨੂੰ ਇਹਨਾਂ ਦਿਨਾਂ ਦੌਰਾਨ ਮਿਸ ਕਰ ਰਹੇ ਨੇ। ਰਜਾਈਨਾ ਵਿੱਚ ਅਧਿਆਪਕਾਂ ਵੱਲੋਂ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਇੱਕ ਪਰੇਡ ਕੀਤੀ ਗਈ। ਦਰਅਸਲ ਇਹ ਪਰੇਡ ਇੱਕ ਰੂਟ ਧਾਰ ਕੇ ਕੀਤੀ ਗਈ ਸੀ ਕਿ ਉਸੇ ਰੂਟ ਦੇ ਉੱਤੇ ਸਾਰੇ ਅਧਿਆਪਕਾਂ ਦੀਆਂ ਗੱਡੀਆਂ ਮੌਜੂਦ ਸਨ, ਜੋ ਕਿ ਇੱਕ ਕਤਾਰ ਵਿੱਚ ਚੱਲ ਰਹੀਆਂ ਸਨ ਤੇ ਨਾਲ ਹੀ ਹੌਰਨ ਵੀ ਵਜਾਏ ਜਾ ਰਹੇ ਸੀ। ਜਿੱਥੇ ਮੌਜੂਦ ਘਰਾਂ ਦੇ ਵਿੱਚ ਬੱਚਿਆਂ ਨੂੰ ਮਿਲਣ ਦੇ ਵਾਸਤੇ ਗੱਡੀਆਂ ਦੇ ਵਿੱਚੋਂ ਹੀ ਅਧਿਆਪਕ ਉਹਨਾਂ ਨੂੰ ਵੇਵ ਕਰ ਰਹੇ ਸਨ। ਬੱਚਿਆਂ ਵੱਲੋਂ ਵੀ ਅਧਿਆਪਕਾਂ ਦੇ ਸਵਾਗਤ ਵਾਸਤੇ
ਚਾਰਟ ਬਣਾਏ ਗਏ ਜਿਸ ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਆਪਣੇ ਅਧਿਆਪਕਾਂ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਇਸ ਸੰਬੰਧੀ ਜਲਦ ਮਾਹੌਲ ਠੀਕ ਹੋਣ ਦੀ ਉਮੀਦ ਵੀ ਪ੍ਰਗਟਾਈ ਗਈ। ਪਹਿਲਾਂ ਹੀ ਸਕੂਲਾਂ ਦੇ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਸੀ ਕਮਿਊਨਿਟੀ ਦੇ ਵਿੱਚ ਤਾਂ ਕਿ ਬੱਚੇ ਉਸ ਵਕਤ ਬਾਹਰ ਆ ਜਾਣ। ਦੁਪਹਿਰ 1 ਵਜੇ ਦੇ ਕਰੀਬ ਅਧਿਆਪਕਾਂ ਨੇ ਗੱਡੀਆਂ ਦੇ ਵਿੱਚ ਕਤਾਰ ਬਣਾ ਕੇ ਬੱਚਿਆਂ ਦੇ ਲਈ ਪਰੇਡ ਕੀਤੀ ਤੇ ਗੱਡੀਆਂ ਦੇ ਉੱਤੇ ਕਾਫੀ ਵਧੀਆ ਸਾਈਨ ਵੀ ਲਗਾਏ ਹੋਏ ਸਨ ਜਿਸ ਦੇ ਨਾਲ ਇੱਕ ਸੰਦੇਸ਼ ਦਿੱਤਾ ਜਾ ਰਿਹਾ ਸੀ ਕਿ ਉਮੀਦ ਚੰਗੀ ਕੀਤੀ ਜਾ ਰਹੀ ਹੈ। ਮੁੜ ਤੋਂ ਸਕੂਲਾਂ ਦੇ ਵਿੱਚ ਉਸੇ ਤਰ੍ਹਾਂ ਦਾ ਮਾਹੌਲ ਬਣੇਗਾ ਜੋ ਪਹਿਲਾਂ ਸੀ। ਅਪ੍ਰੈਲ 29 ਨੂੰ ਰਜਾਇਣਾ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਕੁਝ ਅਜਿਹਾ ਕੀਤਾ ਗਿਆ। ਇੱਕ ਪਾਸੇ ਕੋਵਿਡ-19 ਦਾ ਕਹਿਰ ਤਾਂ ਦੂਜੇ ਪਾਸੇ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਕੁਦਰਤੀ ਆਫਤਾਂ ਵੀ ਅਜਿਹਾ ਸਮਾਂ ਲੈ ਕੇ ਆਈਆਂ ਜਦੋਂ ਆਮ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਤੇ ਇਸ ਦੌਰਾਨ ਸੰਘਰਸ਼ ਵੀ ਉਹਨਾਂ ਨੂੰ ਕਰਨਾ ਪਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2020 ਦੇ ਦਰਮਿਆਨ ਜਿਨ੍ਹਾਂ ਲੋਕਾਂ ਨੂੰ ਕੁਦਰਤੀ ਆਫਤ ਦੇ ਕਰਕੇ ਨੁਕਸਾਨ ਹੋਇਆ ਉਸ ਸੰਬੰਧੀ ਜੋ ਸਰਕਾਰ ਵੱਲੋਂ ਵਿੱਤੀ ਮਦਦ ਦਿੱਤੀ ਜਾਂਦੀ ਹੈ ਉਸ ਨੂੰ ਹੁਣ ਦੇਣਾ ਸ਼ੁਰੂ ਕਰ ਦਿੱਤਾ ਗਿਆ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਧਰਤੀ ਖਿਸਕਣ ਜਾਂ ਫਿਰ ਹੜ੍ਹ ਦੇ ਕਾਰਨ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਇਸ ਸਾਲ ਉਹਨਾਂ ਦੇ ਵਾਸਤੇ ਵਿੱਤੀ ਮਦਦ ਇਸ ਸਮੇਂ ਦਿੱਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਡਿਜ਼ਾਸਟਰ ਫਾਈਨੈਂਸ਼ੀਅਲ ਅਸਿਸਟੈਂਸ ਇਸ ਸਮੇਂ ਮੌਜੂਦ ਹੈ ਜੋ ਕਿ ਅਪ੍ਰੈਲ 15 ਤੋਂ ਲੈ ਕੇ ਮਈ 3 ਤੱਕ ਕੈਰੀਬੂ ਜਾਂ ਫਿਰ ਫਰੇਜ਼ਰ ਫੋਰਟ ਜਾਰਜ ਰੀਜਨਲ ਡਿਸਟ੍ਰਿਕਟਸ ਦੇ ਵਿੱਚ ਲੋਕ ਹੜ੍ਹ ਜਾਂ ਧਰਤੀ ਖਿਸਕਣ ਦੇ ਕਾਰਨ ਹੋਏ ਨੁਕਸਾਨ ਦੇ ਕਰਕੇ ਪ੍ਰਭਾਵਿਤ ਹੋਏ ਨੇ। ਖਾਸ ਤੌਰ ਦੇ ਉੱਤੇ ਉਹ ਘਰਾਂ ਦੇ ਮਾਲਕ, ਕਿਰਾਏਦਾਰ, ਛੋਟੇ ਵਪਾਰੀ, ਕਿਸਾਨ ਜਾਂ ਚੈਰੀਟੇਬਲ ਆਰਗੇਨਾਈਜੇਸ਼ਨਸ ਜਾਂ ਫਿਰ ਸਰਕਾਰ ਦੀਆਂ ਲੋਕਲ ਬਾਡੀਜ਼ ਇਸ ਦੇ ਵਾਸਤੇ ਮਦਦ ਲੈ ਸਕਦੀਆਂ ਨੇ ਜਿਨ੍ਹਾਂ ਦੇ ਕੋਲ ਕੁਦਰਤੀ ਆਫਤ ਵਾਸਤੇ ਇੰਸ਼ੋਰੈਂਸ ਵੀ ਮੌਜੂਦ ਨਹੀਂ ਸੀ ਤੇ ਉਹਨਾਂ ਦਾ ਨੁਕਸਾਨ ਹੋਇਆ। ਇਸ ਸੰਬੰਧੀ 80% ਤੱਕ ਕਵਰੇਜ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਜੋ ਕਿ $1,000 ਤੋਂ ਲੈ ਕੇ $3 ਲੱਖ ਤੱਕ ਦੀ ਮਦਦ ਦਿੱਤੀ ਜਾਵੇਗੀ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਜੋ ਘਰਾਂ ਦੇ ਮਾਲਕ ਨੇ ਜਾਂ ਫਿਰ ਕਿਰਾਏਦਾਰ ਨੇ ਉਹਨਾਂ ਦਾ ਤਾਂ ਘਰ ਦਾ ਨੁਕਸਾਨ ਹੋਇਆ ਇਸ ਦਾ ਸਬੂਤ ਮੌਜੂਦ ਹੈ ਹੀ, ਪਰ ਇਸ ਦੌਰਾਨ ਜੋ ਬਿਜ਼ਨੈਸਿਸ ਦੇ ਮਾਲਕ ਨੇ ਜਾਂ ਫਿਰ ਜੋ ਕਿਸਾਨ ਨੇ ਉਹਨਾਂ ਨੂੰ ਆਪਣੀ ਪ੍ਰਾਪਰਟੀ ਦੇ ਹੋਏ ਨੁਕਸਾਨ ਦੇ ਬਾਰੇ ਸਬੂਤ ਦਿਖਾਉਣੇ ਪੈਣਗੇ ਕਿ ਜੋ ਉਹਨਾਂ ਦਾ ਨੁਕਸਾਨ ਹੋਇਆ ਉਹ ਹੀ ਉਹਨਾਂ ਦੀ ਕਮਾਈ ਦਾ ਇੱਕੋ ਇੱਕ ਅਹਿਮ ਜ਼ਰੀਆ ਸੀ, ਤਾਂ ਹੀ ਉਹਨਾਂ ਨੂੰ ਇਸ ਸੰਬੰਧੀ ਮਦਦ ਮਿਲ ਸਕਦੀ ਹੈ। ਤੇ ਨਾਲ ਹੀ ਇੱਥੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸੀਜ਼ਨਲ ਜਾਂ ਫਿਰ ਰੀਕ੍ਰੀਏਸ਼ਨਲ ਪ੍ਰਾਪਰਟੀਜ਼ ਜਾਂ ਫਿਰ ਹੌਟ ਟਬਸ, ਪੂਲਸ, ਗਾਰਡਨ ਟੂਲਸ, ਲੈਂਡਸਕੇਪਿੰਗ ਜਿਹੜੀਆਂ ਵੀ ਲਗਜ਼ਰੀ ਆਈਟਮਸ ਹੈਗੀਆਂ ਨੇ ਉਹਨਾਂ ਵਾਸਤੇ ਸਰਕਾਰ ਵੱਲੋਂ ਮਦਦ ਨਹੀਂ ਮਿਲੇਗੀ। ਇਸ ਸੰਬੰਧੀ ਵਿੱਤੀ ਮਦਦ ਦੇ ਵਾਸਤੇ 5 ਅਗਸਤ ਤੱਕ ਆਖਰੀ ਤਰੀਕ ਹੋਵੇਗੀ ਅਰਜ਼ੀਆਂ ਦੇਣ ਦੀ। ਅਗਲੀ ਖਬਰ ਹੈ ਕਿ ਜਦੋਂ ਡੈਡਪੂਲ 2 ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਵੈਨਕੂਵਰ ਵਿੱਚ ਤਾਂ ਉਸ ਦੌਰਾਨ ਸਟੰਟ ਕਰ ਰਹੀ ਇੱਕ ਔਰਤ ਦੀ ਮੌਤ ਹੋ ਗਈ ਸੀ ਤਾਂ ਇਸ ਦੇ ਵਿੱਚ ਵਰਕ ਸੇਫ BC ਨੇ ਹੁਣ ਪ੍ਰੋਡਕਸ਼ਨ ਕੰਪਨੀ ਨੂੰ ਇਸੇ ਲਈ ਜ਼ਿੰਮੇਵਾਰ ਠਹਿਰਾਇਆ ਤੇ ਮੋਟਾ ਫਾਈਨ ਕੀਤਾ ਹੈ। ਡੈਡਪੂਲ 2 ਦੀ ਸ਼ੂਟਿੰਗ ਦੌਰਾਨ ਵੈਨਕੂਵਰ ਦੇ ਵਿੱਚ ਸਟੰਟ ਕਰਨ ਵਾਲੀ ਔਰਤ ਦੀ ਮੌਤ ਹੋ ਗਈ ਸੀ। ਇਹ ਮਾਮਲਾ ਅਗਸਤ 2017 ਦਾ ਹੈ ਜਿਸ ਦੇ ਵਿੱਚ ਵਰਕ ਸੇਫ BC ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ SJ ਹੈਰਿਸ ਦੀ ਮੌਤ ਹੋਈ ਸੀ ਜੋ ਕਿ ਸਟੰਟ ਕਰਨ ਵਾਲੀ ਔਰਤ ਸੀ। ਮੋਟਰਸਾਈਕਲ ਦੇ ਉੱਤੇ ਉਸ ਦੇ ਵੱਲੋਂ ਸਟੰਟ ਕੀਤਾ ਜਾ ਰਿਹਾ ਸੀ ਤੇ ਹੁਣ ਵਰਕ ਸੇਫ BC ਨੇ ਇਸ ਦੇ ਉੱਤੇ ਰਿਪੋਰਟ ਦਿੱਤੀ ਹੈ ਤੇ ਨਾਲ ਹੀ ਪ੍ਰੋਡਕਸ਼ਨ ਕੰਪਨੀ ਜਿਸ ਦੇ ਵੱਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਸੀ ਉਸ ਦੇ ਉੱਤੇ $2,90,000 ਦਾ ਫਾਈਨ ਲਗਾਇਆ ਗਿਆ ਜਿਸ ਦੇ ਉੱਤੇ ਸਿਰਫ ਇੱਕ ਕਾਨੂੰਨ ਦੀ ਉਲੰਘਣਾ ਨਹੀਂ ਸਗੋਂ ਕਈ ਕਾਨੂੰਨਾਂ ਦੀ ਉਲੰਘਣਾ ਦੇ ਇਲਜ਼ਾਮ ਸਾਬਤ ਹੋਏ ਨੇ ਜੋ ਕਿ ਕਾਮੇ ਦੀ ਸੁਰੱਖਿਆ ਨੂੰ ਲੈ ਕੇ ਅਣਗਹਿਲੀ ਵਰਤੀ ਗਈ ਹੈ। ਵਰਕ ਸੇਫ BC ਨੇ ਕਿਹਾ ਕਿ TCF ਵੈਨਕੂਵਰ ਪ੍ਰੋਡਕਸ਼ਨਸ ਲਿਮਿਟਡ ਜੋ ਕਿ 20th ਸੈਂਚੁਰੀ ਫੌਕਸ ਦੀ ਹੀ ਨਾਲ ਕੰਪਨੀ ਹੈ ਉਹਨਾਂ ਦੇ ਵੱਲੋਂ ਕੰਮ ਵਾਲੀ ਥਾਂ ਦੇ ਉੱਤੇ ਅਣਗਹਿਲੀ ਵਰਤੀ ਗਈ ਜਿਸ ਦੇ ਵਿੱਚ SJ ਹੈਰਿਸ ਦੀ ਸੁਰੱਖਿਆ ਨੂੰ ਲੈ ਕੇ ਉਹ ਇੰਤਜ਼ਾਮ ਨਹੀਂ ਕੀਤੇ ਗਏ ਜੋ ਕਰਨੇ ਚਾਹੀਦੇ ਸਨ ਤੇ ਉਸ ਨੂੰ ਸਟੰਟ ਕਰਨ ਦੇ ਲਈ ਸੇਫਟੀ ਹੈਂਡਗੇਅਰ ਤੋਂ ਬਿਨਾਂ ਕਿਹਾ ਗਿਆ। ਇਸ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਮੋਟਰਸਾਈਕਲ ਚਲਾ ਰਹੀ ਔਰਤ ਦੀ ਮੌਤ ਹੋ ਗਈ। TCF ਕੰਪਨੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਸਟੰਟ ਕਰਨ ਵਾਸਤੇ ਜਿਹੜੇ ਡਾਕੂਮੈਂਟ ਤਿਆਰ ਕਰਵਾਏ ਜਾਣੇ ਸੀ ਉਹਨਾਂ ਦੇ ਉੱਤੇ ਚੰਗੀ ਤਰ੍ਹਾਂ ਕੰਮ ਨਹੀਂ ਕੀਤਾ ਗਿਆ ਤੇ ਨਾਲ ਹੀ ਸਟੰਟ ਕਰਨ ਮੌਕੇ ਸੁਰੱਖਿਆ ਦਾ ਅਹਿਮ ਧਿਆਨ ਨਹੀਂ ਰੱਖਿਆ ਗਿਆ ਤਾਂ ਇਸ ਦੇ ਉੱਤੇ ਫਿਲਹਾਲ TFC ਕੰਪਨੀ ਜਾਂ ਫਿਰ 20th ਸੈਂਚੁਰੀ ਫੌਕਸ ਕੰਪਨੀ ਦੇ ਵੱਲੋਂ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ ਗਿਆ।
ਸਰੀ ਆਰਸੀਐਮਪੀ ਨੇ ਇੱਕ ਵਿਅਕਤੀ ਦੀ ਪਛਾਣ ਕਰਨ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ, ਜਿਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਇਸ ਵਿਅਕਤੀ ਵੱਲੋਂ ਕਲੋਵਰਡੇਲ ਖੇਤਰ ਵਿੱਚ ਇੱਕ ਸਟੋਰ ਦੇ ਅੰਦਰ ਲੁੱਟ ਨੂੰ ਅੰਜਾਮ ਦਿੱਤਾ ਗਿਆ, ਜੋ ਕਿ ਇੱਕ ਪੰਜਾਬੀ ਵਿਅਕਤੀ ਹੈ। ਸਰੀ ਆਰਸੀਐਮਪੀ ਨੇ ਇੱਕ ਪੰਜਾਬੀ ਵਿਅਕਤੀ ਨੂੰ ਲੱਭਣ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ। ਮਾਮਲਾ ਕਲੋਵਰਡੇਲ ਖੇਤਰ ਵਿੱਚ ਇੱਕ ਕਨਵੀਨੀਅੰਸ ਸਟੋਰ ਅੰਦਰ ਲੁੱਟ ਦਾ ਹੈ। ਅਪ੍ਰੈਲ 2, 2020 ਨੂੰ ਸ਼ਾਮੀ 6:15 ਵਜੇ ਦੇ ਕਰੀਬ ਸਰੀ ਆਰਸੀਐਮਪੀ ਨੂੰ ਖਬਰ ਮਿਲੀ ਕਿ ਇੱਕ ਕਨਵੀਨੀਅੰਸ ਸਟੋਰ ਜੋ ਕਿ 5900 ਬਲਾਕ ਤੇ 168 ਸਟਰੀਟ ਤੇ ਮੌਜੂਦ ਹੈ, ਉੱਥੇ ਲੁੱਟ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਸਟੋਰ ਦੇ ਵਿੱਚ ਆਇਆ ਤੇ ਉਸਨੇ ਕੈਸ਼ ਚੋਰੀ ਕੀਤਾ ਤੇ ਉੱਥੋਂ ਭੱਜ ਗਿਆ। ਇਸ ਦੌਰਾਨ ਉਸਦੇ ਕੋਲ ਕੋਈ ਹਥਿਆਰ ਨਹੀਂ ਸੀ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸਟੋਰ ਵਿੱਚ ਜੋ ਕਾਮੇ ਮੌਜੂਦ ਸਨ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ। ਪਰ ਇਸ ਵਿਅਕਤੀ ਦੇ ਬਾਰੇ ਦੱਸਦੇ ਹੋਏ ਇਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ ਪੁਲਿਸ ਨੇ ਤੇ ਨਾਲ ਹੀ ਕਿਹਾ ਕਿ ਸਾਊਥ ਏਸ਼ੀਅਨ ਵਿਅਕਤੀ ਹੈ, ਜਿਸ ਦੇ ਦਾੜੀ ਵੀ ਹੈ ਤੇ 6 ਫੁੱਟ 2 ਇੰਚ ਦੇ ਕਰੀਬ ਇਸ ਦਾ ਕੱਦ ਦੱਸਿਆ ਗਿਆ ਤੇ 30 ਤੋਂ 40 ਸਾਲ ਦੇ ਕਰੀਬ ਉਮਰ ਦੱਸੀ ਗਈ ਹੈ। ਇਸ ਵਿਅਕਤੀ ਦੀਆਂ ਤਸਵੀਰਾਂ ਜਾਰੀ ਕਰਦੇ ਹੋਏ ਪੁਲਿਸ ਨੇ ਇਸ ਨੂੰ ਲੱਭਣ ਵਾਸਤੇ ਮਦਦ ਦੀ ਮੰਗ ਕੀਤੀ ਹੈ, ਜੋ ਕਿ ਇੱਕ ਪੰਜਾਬੀ ਵਿਅਕਤੀ ਹੈ। ਸਰੀ ਆਰਸੀਐਮਪੀ ਨੇ ਕਿਹਾ ਕਿ 604 5990 ਤੇ 502 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ ਜੇਕਰ ਕੋਈ ਵੀ ਵਿਅਕਤੀ ਇਸ ਨੂੰ ਜਾਣਦਾ ਹੋਵੇ। ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।